ਪੁਰਾਣੇ ਵੇਲਿਆਂ ਦੀ ਗੱਲ ਹੈ। ਜਾਪਾਨ ਦੇਸ਼ ਦੇ ਵਿੱਚ ਇੱਕ ਰਈਸ-ਤਰੀਨ ਇਨਸਾਨ ਰਹਿੰਦਾ ਸੀ। ਇੰਨਾ ਰਈਸ ਸੀ, ਇੰਨਾ ਪੈਸਾ ਸੀ ਜਿਸ ਦਾ ਕੋਈ ਅੰਤ ਨਹੀਂ ਸੀ। ਮਹਿੰਗੀਆਂ ਚੀਜ਼ਾਂ ਦਾ ਉਸਨੂੰ ਸ਼ੌਂਕ ਸੀ। ਬਹੁਤ ਮਹਿੰਗੀਆਂ ਚੀਜ਼ਾਂ ਉਸਨੇ ਘਰ ਵਿੱਚ ਲਿਆ ਕੇ ਰੱਖਣੀਆਂ, ਮਹਿੰਗੀਆਂ ਚੀਜ਼ਾਂ ਉਸਨੇ ਵਰਤਣੀਆਂ ਅਤੇ ਬਹੁਤ ਵੱਡਾ ਲਾਪਰਵਾਹ ਵੀ ਸੀ। ਉਹ ਚੀਜ਼ਾਂ ਦੀ ਦੇਖਭਾਲ ਵੀ ਨਹੀਂ ਸੀ ਕਰਦਾ। ਮਹਿੰਗੀ ਚੀਜ਼ ਕਦੋਂ ਲਿਆਂਦੀ, ਕਿੱਥੇ ਰੱਖੀ, ਬਾਅਦ ਵਿੱਚ ਉਸਦੀ ਖਬਰ ਵੀ ਨਹੀਂ ਸੀ ਲੈਂਦਾ। ਇੰਨਾ ਰਈਸ ਸੀ, ਇੰਨਾ ਪੈਸਾ ਕਿ ਉਸਦੇ ਚਰਚੇ, ਉਸਦੇ ਕਿੱਸੇ ਦੂਰ ਦੂਰ ਤੱਕ ਮਸ਼ਹੂਰ ਸਨ। ਉਸੇ ਹੀ ਸ਼ਹਿਰ ਦੇ ਵਿੱਚ ਇੱਕ ਵਾਰ ਇੱਕ ਭਿਕਸ਼ੂ ਆਇਆ। ਭਿਕਸ਼ੂ ਲੋਕਾਂ ਨੂੰ ਧਰਮ ਦੇ ਨਾਲ ਜੋੜਦਾ ਸੀ, ਲੋਕਾਂ ਨੂੰ ਇਨਸਾਨੀਅਤ ਦਾ ਪਤਾ ਦੱਸਦਾ ਸੀ ਕਿ ਇਨਸਾਨੀਅਤ ਕੀ ਹੈ, ਚੰਗੇ ਕੰਮਾਂ ਦਾ ਕੀ ਫਾਇਦਾ ਹੈ, ਮਾੜੇ ਕੰਮ ਕਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਜ਼ਿੰਦਗੀ ਨੂੰ ਅਯਾਬ ਬਣਾ ਦਿੰਦੇ ਨੇ, ਨਰਕ ਬਣਾ ਦਿੰਦੇ ਨੇ। ਉਸਨੇ ਹਮੇਸ਼ਾ ਲੋਕਾਂ ਨੂੰ ਇਹ ਆਖਿਆ ਕਰਨਾ ਕਿ ਪੈਸੇ ਦਾ ਹੰਕਾਰ ਨਾ ਕਰੋ, ਲੋਭ ਨਾ ਕਰੋ। ਇਸੇ ਕਿਸਮ ਦੇ ਪਾਠ ਪੜ੍ਹਾਉਂਦਾ ਉਹ ਨਗਰ ਤੋਂ ਨਗਰ ਘੁੰਮਿਆ ਕਰਦਾ ਸੀ। ਉਸਦੇ ਕੋਲੇ ਕੋਈ ਜ਼ਮੀਨ ਜਾਇਦਾਦ ਨਹੀਂ ਸੀ, ਕੋਈ ਪ੍ਰਾਪਰਟੀ ਨਹੀਂ ਸੀ, ਕੋਈ ਪੈਸਾ ਟਕਾ ਉਹਦੇ ਕੋਲੇ ਨਹੀਂ ਸੀ ਹੁੰਦਾ। ਜਿੱਥੇ ਵੀ ਉਹ ਜਾਂਦਾ, ਜਿੱਥੇ ਪ੍ਰਚਾਰ ਕਰਿਆ ਕਰਦਾ, ਉੱਥੇ ਆਪ ਦੀ ਮਿਹਨਤ ਦਾ ਕੁਛ ਨਾ ਕੁਛ ਕਾਰੋਬਾਰ ਕਰਕੇ, ਥੋੜ੍ਹਾ ਬਹੁਤ ਕੰਮ ਕਰਕੇ ਆਪਣੀ ਰਾਤ ਦੀ ਰੋਟੀ ਜੋਗਾ ਭੋਜਨ ਇਕੱਠਾ ਕਰ ਲਿਆ ਕਰਦਾ। ਉਹਦੇ ਕੋਲੇ ਇੱਕੋ ਇੱਕ ਚੀਜ਼ ਸੀ, ਉਹ ਸੋਨੇ ਦਾ ਕੜਾ ਉਸਨੇ ਆਪਣੇ ਥੈਲੇ ਵਿੱਚ ਰੱਖਿਆ ਹੋਇਆ ਸੀ। ਇੱਕੋ ਇੱਕ ਉਸਨੂੰ ਉਹ ਵੀ ਪੁਸ਼ਤੈਨੀ ਮਿਲੀ ਹੋਈ ਸੀ, ਉਸਦੇ ਦਾਦੇ ਪੜਦਾਦਿਆਂ ਦੀ ਨਿਸ਼ਾਨੀ ਸੀ, ਇਸ ਕਰਕੇ ਉਸਨੇ ਸਾਂਭ ਕੇ ਰੱਖੀ ਸੀ। ਵੈਸੇ ਦੀਨ ਦੁਨੀਆ ਦੀਆਂ ਦੁਨਿਆਵੀ ਚੀਜ਼ਾਂ ਦੇ ਨਾਲ ਉਸਨੂੰ ਕੋਈ ਬਹੁਤਾ ਪਿਆਰ ਨਹੀਂ ਸੀ, ਪ੍ਰੇਮ ਨਹੀਂ ਸੀ। ਇਹੀ ਤਾਂ ਉਹ ਚੀਜ਼ ਹਰ ਇੱਕ ਨੂੰ ਪੜ੍ਹਾਉਂਦਾ ਸੀ, ਇਹੀ ਪਾਠ, ਇਹੀ ਸਭ ਕੁਝ ਦਿੰਦਾ ਫਿਰਦਾ ਸੀ ਕਿ ਇਹ ਸਾਰੀਆਂ ਚੀਜ਼ਾਂ ਨਾਸ਼ਵਾਨ ਨੇ। ਜਦੋਂ ਉਹ ਉਸ ਰਈਸ ਦੇ ਸ਼ਹਿਰ ਗਿਆ ਤਾਂ ਉਸਨੂੰ ਪਤਾ ਲੱਗਿਆ ਕਿ ਇਸ ਥਾਂ 'ਤੇ ਇੱਕ ਬਹੁਤ ਵੱਡਾ ਰਈਸ ਰਹਿੰਦਾ ਹੈ ਅਤੇ ਬਹੁਤ ਵੱਡਾ ਲਾਪਰਵਾਹ ਵੀ ਹੈ। ਕਰੋੜਾਂ ਦੀ ਚੀਜ਼ ਐਵੇਂ ਅਜਾਈਂ ਗਵਾ ਦਿੰਦਾ ਹੈ। ਇੱਕ ਵਾਰ ਉਸਨੇ ਸੋਚਿਆ ਕਿ ਚਲੋ ਇਹਦੀ ਗਲੀ ਵਿੱਚੋਂ ਲੰਘਦੇ ਹਾਂ। ਉਸਨੇ ਉਸਦੀ ਗਲੀ ਵਿੱਚੋਂ ਲੰਘਣਾ ਸੀ ਅਤੇ ਉੱਧਰ ਰਈਸ ਨੇ ਘਰ ਵਿੱਚ ਦੇਖਿਆ ਖਾਣ ਤੋਂ ਪਹਿਲਾਂ ਕਿ ਇੱਕ ਚੀਨੀ ਦਾ ਬਰਤਨ ਪਿਆ। ਆਪਣੇ ਆਪ 'ਤੇ ਬੜਾ ਹੈਰਾਨ ਹੋਇਆ ਕਿ ਮੈਂ ਸ਼ਹਿਰ ਦਾ ਸਭ ਤੋਂ ਅਮੀਰ ਰਈਸ ਜ਼ਿਆਦਾ, ਸਭ ਤੋਂ ਜ਼ਿਆਦਾ ਪ੍ਰਾਪਰਟੀ ਵਾਲਾ, ਸਭ ਤੋਂ ਜ਼ਿਆਦਾ ਪੈਸੇ ਟਕੇ ਵਾਲਾ, ਧਨ ਵਾਲਾ ਇਨਸਾਨ, ਅਤੇ ਮੇਰੇ ਘਰ ਚੀਨੀ ਦਾ ਬਰਤਨ ਕੀ ਕਰਦਾ ਹੈ? ਮੇਰੇ ਘਰ 'ਤੇ ਸੋਨੇ ਚਾਂਦੀ ਦੇ ਬਰਤਨ ਨੇ, ਇਹ ਇੱਕ ਬਰਤਨ ਕਿਵੇਂ ਬਚਿਆ ਰਹਿ ਗਿਆ? ਉਸਨੇ ਗੁੱਸੇ ਦੇ ਵਿੱਚ ਉਸਨੂੰ ਵਗਾ ਕੇ ਹੇਠਾਂ ਮਾਰਿਆ ਅਤੇ ਜਿੰਨਾ ਵੀ ਉਸਦੇ ਕਿੰਕਰ ਸੀ, ਉਸਦੀਆਂ ਟੁਕੜੀਆਂ ਹੋ ਗਈਆਂ, ਉਸਨੂੰ ਚੱਕ ਕੇ ਬਾਹਰ ਗਲੀ ਦੇ ਵਿੱਚ ਸਿੱਟ ਦਿੱਤਾ। ਆਪਣੇ ਆਪ ਵਿੱਚ ਹੁਣ ਉਹ ਬਹੁਤ ਜ਼ਿਆਦਾ ਸੰਤੁਸ਼ਟ ਮਹਿਸੂਸ ਕਰ ਰਿਹਾ ਸੀ ਕਿ ਮੈਂ ਪਤਾ ਨਹੀਂ ਕਿੱਡੀ ਕੁ ਵੱਡੀ ਕੋਈ ਜੰਗ ਜਿੱਤ ਲਈ ਹੈ। ਆਪਣੇ ਘਰ ਵਿੱਚੋਂ ਜਿਵੇਂ ਅਚਾਨਕ ਉਸਨੇ ਕੋਈ ਗਰੀਬੀ ਖਤਮ ਕਰ ਦਿੱਤੀ ਹੋਵੇ। ਪੂਰਾ ਆਪਣੇ ਆਪ ਉਸਦਾ ਫਖਰ ਨਾਲ ਸੀਨਾ ਚੌੜਾ ਹੋ ਗਿਆ ਕਿ ਮੈਂ ਬਹੁਤ ਵੱਡੇ ਕੰਮ ਨੂੰ ਇੰਜਾਮ ਦੇ ਦਿੱਤਾ ਹੈ। ਉੱਧਰੋਂ ਕਹਿੰਦੇ ਐਨ ਵਕਤ 'ਤੇ ਉਸੇ ਵੇਲੇ ਹੀ ਉਹ ਭਿਕਸ਼ੂ ਗਲੀ ਦੇ ਵਿੱਚੋਂ ਲੰਘ ਰਿਹਾ ਸੀ। ਉਸਨੇ ਦੇਖਿਆ ਕਿ ਇੱਕ ਇਨਸਾਨ ਨੇ ਗੁੱਸੇ ਦੇ ਵਿੱਚ ਕੁਛ ਬੋਲਦਿਆਂ ਬਾਹਰ ਵੱਲ ਸੁੱਟ ਦਿੱਤਾ ਹੈ। ਜਦੋਂ ਉੱਥੇ ਟੁਕੜੀਆਂ ਆਉਣੀਆਂ ਬੰਦ ਹੋ ਗਈਆਂ, ਸਾਰੀਆਂ ਟੁਕੜੀਆਂ ਉਹ ਬੰਦਾ ਗਲੀ ਦੇ ਵਿੱਚ ਸੁੱਟ ਚੁੱਕਿਆ ਸੀ ਅਤੇ ਭਿਕਸ਼ੂ ਨੇ ਦੇਖਿਆ ਅੱਗੇ ਹੋ ਕੇ ਕਿ ਇਹ ਤਾਂ ਕੋਈ ਚੀਨੀ ਦਾ ਬਰਤਨ ਤੋੜ ਕੇ ਕਿਸੇ ਨੇ ਬਾਹਰ ਸੁੱਟਿਆ। ਉਸਨੇ ਬੜੇ ਪਿਆਰ ਨਾਲ, ਅਦਬ ਸਤਿਕਾਰ ਨਾਲ, ਕੋਈ ਗੁੱਸਾ ਨਹੀਂ ਕੀਤਾ, ਕਿਸੇ ਨੂੰ ਕੁਛ ਬੋਲਿਆ ਨਹੀਂ। ਆਪਣੇ ਰਾਹ ਵਿੱਚ ਪਏ ਹੋਏ ਸਾਰੇ ਕੰਕਰ, ਸਾਰੀਆਂ ਟੁਕੜੀਆਂ ਚੁੱਕ ਕੇ ਆਪਣੇ ਥੈਲੇ ਦੇ ਵਿੱਚ ਪਾ ਲਈਆਂ। ਥੈਲੇ ਦੇ ਵਿੱਚ ਪਾ ਕੇ ਉਹ ਵਾਪਸ ਉਸੇ ਰਸਤੇ ਨੂੰ ਤੁਰ ਗਿਆ ਜਿਸ ਪਾਸਿਓਂ ਉਹ ਆਇਆ ਸੀ। ਸ਼ਾਮ ਵੇਲੇ ਉਸਨੂੰ ਜਦੋਂ ਭੁੱਖ ਲੱਗੀ ਤਾਂ ਉਸਨੇ ਇੱਕ ਸੁਨਿਆਰੇ ਨੂੰ ਜਾ ਕੇ ਦਰਖਾਸਤ ਕੀਤੀ ਕਿ ਮੈਨੂੰ ਕੁਛ ਪੈਸੇ ਦੇ ਦਿਓ, ਮੈਂ ਰੋਟੀ ਖਾਣੀ ਹੈ ਅਤੇ ਮੈਂ ਕੱਲ੍ਹ ਤੋਂ ਤੁਹਾਡੇ ਨਾਲ ਕੰਮ 'ਤੇ ਆ ਜਾਵਾਂਗਾ, ਨਾਲੇ ਮੈਂ ਕੰਮ ਸਿੱਖ ਲਵਾਂਗਾ ਅਤੇ ਨਾਲੇ ਤੁਹਾਡਾ ਉਧਾਰ ਚੁਕਤਾ ਕਰ ਦਿਆਂਗਾ। ਸੁਨਿਆਰ ਨੇ ਕਿਹਾ ਕਿ ਠੀਕ ਹੈ। ਕਹਿੰਦੇ ਨੇ ਕਿ ਜਾਪਾਨ ਦੇ ਲੋਕ ਇੱਕ ਦੂਜੇ 'ਤੇ ਭਰੋਸਾ ਬਹੁਤ ਜ਼ਿਆਦਾ ਕਰਦੇ ਨੇ, ਇਸੇ ਕਰਕੇ ਉਸਦੇ ਮਨ ਵਿੱਚ ਵੀ, ਉਸ ਸੁਨਿਆਰ ਦੇ ਮਨ ਵਿੱਚ ਵੀ ਕੋਈ ਦੂਜਾ ਵਿਚਾਰ ਨਹੀਂ ਆਇਆ। ਉੱਥੇ ਸਥਾਨਕ ਜਿਹੜਾ ਵੀ ਪੈਸਾ ਟਕਾ ਚੱਲਦਾ ਹੋਵੇਗਾ ਉਹ ਲੈ ਕੇ ਉਸਨੇ ਆਪਣਾ ਭੋਜਨ ਪਾਣੀ ਕੀਤਾ ਅਤੇ ਅਗਲੇ ਦਿਨ ਤੋਂ ਸਵੇਰ ਵੇਲੇ ਤੋਂ ਹੀ ਉਸ ਸੁਨਿਆਰ ਦੇ ਕੋਲੋਂ ਭਿਕਸ਼ੂ ਪਹੁੰਚ ਜਾਂਦਾ ਰਿਹਾ। ਆਪਣਾ ਥੈਲਾ ਬਣਾ ਸਵਾਰ ਕੇ ਉਸਨੇ ਇੱਕ ਪਾਸੇ ਰੱਖ ਦਿਆ ਕਰਨਾ ਅਤੇ ਸਾਰਾ ਦਿਨ ਉੱਥੋਂ ਉਹਦੇ ਨਾਲ ਕੰਮ ਦੇ ਵਿੱਚ ਮਦਦ ਕਰਿਆ ਕਰਨੀ। ਮਦਦ ਕਰਦਿਆਂ ਉਹ ਬਰੀਕੀਆਂ ਸਿੱਖ ਰਿਹਾ ਸੀ, ਉਹ ਹੁਨਰ ਸਿੱਖ ਰਿਹਾ ਸੀ। ਕਹਿੰਦੇ ਕਿ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਉਸ ਭਿਕਸ਼ੂ ਆਪਣੇ ਕੰਮ ਦੇ ਵਿੱਚ ਉਸਨੇ ਮਹਾਰਤ ਹਾਸਲ ਕਰ ਲਈ। ਉਸਨੇ ਸਿੱਖ ਲਿਆ ਕਿ ਸੋਨੇ ਨੂੰ ਕਿਵੇਂ ਪਿਘਲਾਉਣਾ ਹੈ, ਨਵਾਂ ਜੇਵਰ ਕਿਵੇਂ ਬਣਾਉਣਾ ਹੈ, ਸਾਰੀਆਂ ਚੀਜ਼ਾਂ ਉਸਨੇ ਸਿੱਖ ਲਈਆਂ। ਅਤੇ ਹੁਣ ਉਸਦੇ ਮਨ ਵਿੱਚ ਇੱਕ ਲੰਮੇ ਸਮੇਂ ਤੋਂ ਵਿਚਾਰ ਚੱਲਦਾ ਆ ਰਿਹਾ ਸੀ। ਉਸਨੇ ਗਿਣ ਮਿੱਥ ਕੇ ਸੁਨਿਆਰ ਦੇ ਕੋਲੇ ਨੌਕਰੀ ਮੰਗੀ ਸੀ। ਉਸਦੇ ਮਨ ਵਿੱਚ ਕੋਈ ਖਾਸ ਚੀਜ਼ ਸੀ ਅਤੇ ਉਸਨੇ ਉਸਨੂੰ ਹੁਣ ਸੋਚਿਆ ਕਿ ਇਹ ਸਹੀ ਵੇਲਾ ਹੈ। ਹੁਣ ਮੈਂ ਕੰਮ ਵਿੱਚ ਮਹਾਰਤ ਹਾਸਲ ਕਰ ਚੁੱਕਿਆ ਹਾਂ, ਇਹ ਸਹੀ ਵੇਲਾ ਹੈ ਕਿ ਮੈਂ ਆਪਣੇ ਕੰਮ 'ਤੇ ਸਮਾਂ ਦੇਣਾ ਸ਼ੁਰੂ ਕਰ ਦਿਆਂ। ਫਿਰ ਉਸਨੇ ਦਿਨ ਵੇਲੇ ਉੱਥੇ ਸੁਨਿਆਰ ਦੇ ਕੋਲ ਨੌਕਰੀ ਕਰਿਆ ਕਰਨੀ ਅਤੇ ਰਾਤ ਨੂੰ ਘਰ ਜਾ ਕੇ ਉਸਨੇ ਉਹ ਟੁੱਟਿਆ ਹੋਇਆ ਬਰਤਨ ਕੱਢਿਆ ਅਤੇ ਉਸ ਨੂੰ ਜੋੜਨ ਦਾ ਕੰਮ ਸ਼ੁਰੂ ਕੀਤਾ। ਹੈਰਾਨ ਹੋਵੋਗੇ ਉਸਨੇ ਜੋੜਨਾ ਕਿਸ ਚੀਜ਼ ਨਾਲ ਸ਼ੁਰੂ ਕੀਤਾ। ਉਸਨੇ ਜੋੜਨ ਦੇ ਲਈ ਆਪਣਾ ਪੁਸ਼ਤੈਨੀ ਕੜਾ ਵਰਤਿਆ ਜਿਹੜਾ ਉਸਨੂੰ ਦਾਦਿਆਂ ਪੜਦਾਦਿਆਂ ਤੋਂ ਮਿਲਿਆ ਸੀ। ਉਸਨੇ ਕੜੇ ਨੂੰ ਪਹਿਲਾਂ ਪਿਘਲਾ ਲਿਆ, ਚੰਗੀ ਤਰ੍ਹਾਂ ਪਿਘਲਾ ਲਿਆ ਅਤੇ ਫਿਰ ਉਸਨੇ ਉਸ 'ਤੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਹਰ ਰੋਜ਼ ਉਹ ਕੋਈ ਨਾ ਕੋਈ ਟੁਕੜੀ ਜੋੜ ਦਿਆ ਕਰਦਾ।
ਉਹ ਸੋਨੇ ਦੇ ਨਾਲ ਟੁਕੜੀਆਂ ਜੋੜ ਰਿਹਾ ਸੀ, ਸੋਨੇ ਦੇ ਨਾਲ ਉਹ ਜੋੜ ਮਾਰ ਰਿਹਾ ਸੀ। ਇਸੇ ਲਈ ਇਸ ਕੰਮ ਦੇ ਵਿੱਚ ਬੜੀ ਮਹਾਰਤ ਦੀ ਜ਼ਰੂਰਤ ਸੀ, ਜਿਹੜਾ ਉਸਨੇ 2 ਮਹੀਨੇ ਸੁਨਿਆਰ ਦੇ ਨਾਲ ਲਾ ਕੇ ਮਹਾਰਤ ਹਾਸਲ ਕਰ ਲਈ ਸੀ। ਹੁਣ ਵੀ ਹਰ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਸੁਨਿਆਰ ਦੇ ਨਾਲ ਕੰਮ ਕਰਿਆ ਕਰਦਾ ਸੀ। ਕਦੇ ਵੀ ਮਨ ਵਿੱਚ ਉਸ ਨੂੰ ਕੋਈ ਸਵਾਲ ਆਉਂਦਾ ਉਸ ਜੋੜਨ ਬਾਰੇ ਤਾਂ ਉਹ ਹੋਰ ਤਰੀਕੇ ਨਾਲ ਉਲਝਣ ਪਾ ਕੇ, ਗੁੰਝਲ ਪਾ ਕੇ ਆਪਣੇ ਸੁਨਿਆਰ ਤੋਂ ਪੁੱਛ ਲਿਆ ਕਰਦਾ। ਸਿੱਧੇ ਤੌਰ ਤੇ ਨਹੀਂ ਸੀ ਉਸ ਨੂੰ ਦੱਸਦਾ ਕਿ ਮੈਂ ਕੀ ਕਰ ਰਿਹਾ। ਤੇ ਸੁਨਿਆਰ ਵੀ ਬਹੁਤ ਨਫੀਸ ਸੀ, ਜ਼ਹੀਨ ਸੀ, ਸਿਆਣਾ ਇਨਸਾਨ ਸੀ। ਬਿਨਾਂ ਕੋਈ ਆਨਾਕਾਨੀ ਕੀਤਿਆਂ ਉਸ ਨੂੰ ਉਹਦੀ ਗੱਲ ਦਾ ਉੱਤਰ ਦੇ ਦਿਆ ਕਰਦਾ। ਕਹਿੰਦੇ ਨੇ ਕਿ ਉਸਨੇ ਕੋਈ 2-3 ਮਹੀਨੇ ਇਸੇ ਚੀਜ਼ ਦੇ ਉੱਤੇ ਲਾਏ ਤੇ 2-3 ਮਹੀਨਿਆਂ ਦੇ ਵਿੱਚ ਉਸਨੇ ਉਹ ਬਰਤਨ ਬਣਾ ਕੇ ਉਸ ਤੇ ਜਿੰਨੀ ਵੀ ਕਲਾਕਾਰੀ ਹੋ ਸਕਦੀ ਸੀ ਉਹ ਕਰਕੇ ਉਸਨੇ ਉਸ ਸੁਨਿਆਰ ਦੇ ਕੋਲ ਲੈ ਜਾਂਦਾ। ਉਸ ਨੂੰ ਆ ਕੇ ਦੱਸਿਆ ਕਿ ਮੈਂ ਆਹ ਸਾਰਾ ਕੁਝ ਕਰ ਰਿਹਾ ਸੀ, ਮੈਂ ਟੁੱਟਿਆ ਹੋਇਆ ਬਰਤਨ ਜੋੜ ਦਿੱਤਾ ਤੇ ਜੋੜਨ ਦੇ ਲਈ ਮੈਂ ਸੋਨੇ ਦੀ ਵਰਤੋਂ ਕੀਤੀ ਹੈ। ਮੇਰੇ ਕੋਲ ਇੱਕੋ ਇੱਕ ਪੁਸ਼ਤੈਨੀ ਕੜਾ ਸੀ, ਉਹ ਪਿਘਲਾ ਕੇ ਮੈਂ ਇਸ ਬਰਤਨ ਦੇ ਵਿੱਚ ਪਾ ਲਿਆ। ਕਹਿੰਦੇ ਸੁਨਿਆਰ ਨੇ ਜਦੋਂ ਉਹ ਬਰਤਨ ਦੇਖਿਆ ਹੈਰਾਨ ਹੋ ਗਿਆ, ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਉਸਨੇ ਉਸ ਨੂੰ ਕਿਹਾ ਕਿ ਜੇ ਤੂੰ ਚਾਹਵੇਂ ਤੇ ਤੇਰਾ ਬਰਤਨ ਮੈਂ ਖਰੀਦ ਸਕਦਾ ਹਾਂ, ਪਰ ਉਸਨੇ ਕਿਹਾ ਕਿ ਨਹੀਂ, ਮੈਂ ਤੁਹਾਡੇ ਨਾਲ ਕੰਮ ਕਰਦਾ ਹਾਂ, ਤੁਹਾਡਾ ਮੁਲਾਜ਼ਮ ਹਾਂ, ਮੈਂ ਤੁਹਾਡੀ ਦੁਕਾਨ ਦੇ ਜ਼ਰੀਏ ਇਸ ਨੂੰ ਵੇਚਣਾ ਚਾਹੁੰਦਾ। ਜੇਕਰ ਤੁਹਾਨੂੰ ਵਿੱਚੋਂ ਕੁਝ ਹਿੱਸਾ ਚਾਹੀਦਾ ਹੋਇਆ ਤਾਂ ਤੁਸੀਂ ਰੱਖ ਲਿਓ। ਪਰ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਉਹ ਬਹੁਤ ਸਿਆਣਾ ਸੀ, ਇਮਾਨਦਾਰ ਸੀ ਉਹ ਦੁਕਾਨਦਾਰ। ਉਸਨੇ ਕਿਹਾ ਕਿ ਨਹੀਂ, ਇਹ ਤੇਰੀ ਇਮਾਨਤ ਹੈ, ਤੇਰੀ ਮਿਹਨਤ ਇਸ 'ਤੇ ਲੱਗੀ ਹੋਈ ਹੈ, ਇਸ ਕਰਕੇ ਜੋ ਵੀ ਇਸ ਨੂੰ ਮਿਲੇਗਾ ਉਹ ਸਾਰਾ ਤੇਰਾ ਹੋਵੇਗਾ। ਕਹਿੰਦੇ ਕਿ ਉਸਦੇ ਕਿੱਸੇ ਇਸ ਬਰਤਨ ਦੇ ਬੜੇ ਦੂਰ ਦੂਰ ਤੱਕ ਮਸ਼ਹੂਰ ਹੋ ਗਏ। ਬਰਤਨ ਬੜਾ ਚਰਚਿਤ ਹੋ ਗਿਆ। ਬਹੁਤ ਅਮੀਰ ਲੋਕ ਉਸ ਨੂੰ ਲੈਣ ਆਏ, ਖਰੀਦਣ ਆਏ, ਪਰ ਭਿਕਸ਼ੂ ਉਹਨਾਂ ਨੂੰ ਹਮੇਸ਼ਾ ਮਨਾ ਕਰਦਿਆ ਕਰੇ। ਲੋਕਾਂ ਨੇ ਕਿਹਾ ਕਿ ਪਤਾ ਨਹੀਂ ਕਿੰਨੀ ਕੁ ਕੀਮਤ ਦੇ ਵਿੱਚ ਵਿਕੇਗਾ। ਬੜੇ ਦੂਰੋਂ ਦੂਰੋਂ ਰਾਜੇ ਮਹਾਰਾਜੇ ਵੀ ਆਏ, ਉਹਨਾਂ ਵੀ ਬਰਤਨ ਦਾ ਵੱਧ ਚੜ੍ਹ ਕੇ ਮੁੱਲ ਲਾਇਆ, ਪਰ ਇਸ ਭਿਕਸ਼ੂ ਨੂੰ ਮਨਜ਼ੂਰ ਨਹੀਂ ਸੀ। ਉਹ ਕਿਸੇ ਨੂੰ ਵੀ ਉਹ ਬਰਤਨ ਦੇ ਨਹੀਂ ਸੀ ਰਿਹਾ। ਲੋਕ ਹੈਰਾਨ ਸਨ ਕਿ ਪਤਾ ਨਹੀਂ ਕਿੰਨਾ ਕੁ ਪੈਸਾ, ਕਿੰਨੀ ਕੁ ਰਕਮ ਲੈ ਕੇ ਇਸ ਭਿਕਸ਼ੂ ਨੇ ਮੰਨਣਾ। ਤੇ ਜਦੋਂ ਇਹ ਬਰਤਨ 4 ਚੁਫੇਰੇ ਚਰਚਿਤ ਹੋ ਗਿਆ ਤਾਂ ਇੱਕ ਦਿਨ ਉਸ ਅਮੀਰਜ਼ਾਦੇ ਦੇ ਕੰਨਾਂ ਵਿੱਚ ਵੀ ਇਹ ਖਬਰ ਪੈ ਗਈ ਕਿ ਸਾਡੇ ਸ਼ਹਿਰ ਵਿੱਚ ਸੁਨਿਆਰ ਦੀ ਦੁਕਾਨ ਤੇ ਇੱਕ ਬਰਤਨ ਪਿਆ ਹੈ ਜਿਸ ਦੀ ਕੀਮਤ ਬਹੁਤ ਜ਼ਿਆਦਾ ਹੈ, ਅਜੇ ਤੱਕ ਕੋਈ ਦੇ ਨਹੀਂ ਸਕਿਆ। ਤੇ ਉਸ ਨੂੰ ਆਪਣੇ ਪੈਸੇ ਤੇ ਘਮੰਡ ਵੀ ਸੀ, ਹੰਕਾਰ ਵੀ ਸੀ। ਇਸੇ ਕਰਕੇ ਉਸਨੇ ਸੋਚਿਆ ਕਿ ਇਹ ਬਰਤਨ ਸਿਰਫ ਮੈਂ ਹੀ ਖਰੀਦ ਸਕਦਾ ਹਾਂ। ਅਗਲੇ ਦਿਨ ਹੀ ਉਹ ਸੁਨਿਆਰ ਦੀ ਦੁਕਾਨ ਤੇ ਪਹੁੰਚ ਗਿਆ। ਭਿਕਸ਼ੂ ਨਾਲ ਗੱਲਬਾਤ ਕਰਨ ਲੱਗਿਆ ਕਿ ਦੱਸ, ਇਸ ਬਰਤਨ ਦਾ ਮੈਂ ਤੈਨੂੰ ਕੀ ਦੇ ਸਕਦਾ ਹਾਂ, ਕਿੰਨੇ ਕੁ ਰਕਮ ਦੇ ਵਿੱਚ ਤੂੰ ਮੰਨਣਾ ਹੈ। ਭਿਕਸ਼ੂ ਬੜਾ ਹੈਰਾਨ ਹੋਇਆ। ਬੜੇ ਪਿਆਰ ਨਾਲ ਉਹਨੇ ਉਸ ਨੂੰ ਦੇਖਿਆ ਤੇ ਕਹਿੰਦਾ ਕਿ ਇਹਦੇ ਬਦਲੇ ਮੈਂ ਤੇਰੇ ਤੋਂ ਕੀ ਲਵਾਂਗਾ, ਇਹ ਤਾਂ ਤੇਰਾ ਹੀ ਹੈ, ਤੂੰ ਇਸ ਦੀ ਕਦਰ ਨਹੀਂ ਪਾਈ, ਮੈਂ ਇਸ ਦੀ ਕਦਰ ਪਾਈ। ਬੜਾ ਹੈਰਾਨ ਹੋਇਆ। ਕਹਿੰਦਾ ਇਹ ਮੇਰਾ ਕਿਵੇਂ ਹੈ। ਉਸਨੇ ਦੱਸਿਆ ਕਿ ਇੱਕ ਦਿਨ ਮੈਂ ਤੇਰੀ ਗਲੀ ਵਿੱਚੋਂ ਲੰਘਿਆ ਜਾ ਰਿਹਾ ਸਾਂ, ਤੂੰ ਇਸ ਨੂੰ ਤੋੜ ਕੇ ਬਾਹਰ ਸੁੱਟ ਦਿੱਤਾ ਤੇ ਮੈਂ ਇਸ ਨੂੰ ਜੋੜ ਲਿਆ। ਜਾਪਾਨ ਦੇ ਵਿੱਚ ਅੱਜ ਵੀ ਟੁੱਟੇ ਹੋਏ ਬਰਤਨਾਂ ਨੂੰ ਸੋਨੇ ਦੇ ਨਾਲ ਜੋੜਦੇ ਨੇ। ਇਸ ਤਕਨੀਕ ਨੂੰ ਕਿੰਟਸੂਗੀ ਕਹਿੰਦੇ ਨੇ ਤੇ ਇਸ ਕਿੰਟਸੂਗੀ ਤਕਨੀਕ ਦੇ ਨਾਲ ਜੋੜੇ ਹੋਏ ਬਰਤਨ ਉਹ ਮਿਊਜ਼ੀਅਮ ਦੇ ਵਿੱਚ ਰੱਖ ਦਿੰਦੇ ਨੇ ਤੇ ਜਿੱਥੇ ਕਈ ਮਿਲੀਅਨ ਡਾਲਰ ਉਹਨਾਂ ਦੀ ਕੀਮਤ ਪਾਈ ਜਾਂਦੀ ਹੈ। ਸੋ ਇਸ ਦੇ ਨਾਲ ਜਾਪਾਨੀ ਸਾਨੂੰ, ਸਾਰੀ ਦੁਨੀਆ ਨੂੰ ਇੱਕ ਸੰਦੇਸ਼ ਦਿੰਦੇ ਨੇ ਕਿ ਚਾਹੇ ਬਰਤਨ ਹੋਵੇ ਤੇ ਚਾਹੇ ਇਨਸਾਨ, ਜਦੋਂ ਟੁੱਟ ਜਾਂਦਾ ਹੈ ਤੇ ਟੁੱਟ ਕੇ ਫਿਰ ਜੁੜਦਾ ਨਾ, ਤੇ ਉਦੋਂ ਬਾਅਦ ਉਹ ਕਈ ਗੁਣਾ ਵੱਧ ਕੀਮਤੀ ਹੋ ਜਾਂਦਾ ਹੈ, ਕਈ ਗੁਣਾ ਵੱਧ ਮਜ਼ਬੂਤ ਹੋ ਜਾਂਦਾ ਹੈ।